Writing thesis statement in the IELTS writing is really very important because it clears your position and tells the examiner what you are going to do in the IELTS writing task too. But many of the students often make mistakes while writing thesis statements, especially in the agree disagree. What extent do you agree or disagree essays? So in this video I'm gonna teach you how you can write an effective thesis statement so that examiner could get a clear picture of what you are going to do in the IELTS essay and give you a higher band score. So let's get started. So I have taken two essays. First is, nowadays children watch a lot of TV and play video games. However, something that these activities are not beneficial for a child's mental health. To what extent do you agree or disagree? First essay ਸਾਡਾ agree or disagree ਦਾ ਹੈਗਾ, and the second question is, big salary is much more important than job satisfaction. Do you agree or disagree? So second question is only agree or disagree, and the first question is to what extent do you agree or disagree. So ਦੋਨੋਂ ਹੀ questions ਦੇ ਲਈ ਸਾਨੂੰ different approaches use ਕਰਨੀਆਂ ਪੈਂਦੀਆਂ, ਦੋਨੋਂ ਹੀ ਐਸੇ similar ਨਹੀਂ ਹੈਗੇ. To what extent ਦੀ thesis statement ਅਲੱਗ ਤਰੀਕੇ ਨਾਲ ਲਿਖੀ ਜਾਂਦੀ ਆ, and do you agree disagree thesis statement ਅਲੱਗ ਤਰੀਕੇ ਨਾਲ ਲਿਖੀ ਜਾਂਦੀ ਹੈ. ਸੋ ਫਸਟ ਇਹਦੀ ਐਗਜ਼ਾਮਪਲ ਲੈਂਦੇ ਹਾਂ ਆਪਾਂ, ਕਿਉਂਕਿ ਇਹ ਇੱਕ ਐਕਸਟੈਂਟ ਵਾਲਾ ਐਸੇ ਹੈ. ਐਕਸਟੈਂਟ ਵਾਲੇ ਐਸੇ ਦੇ ਵਿੱਚ ਅਸੀਂ ਜਾਂ ਤਾਂ ਕੰਪਲੀਟਲੀ ਐਗਰੀ ਹੋ ਸਕਦੇ ਹਾਂ, ਜਾਂ ਅਸੀਂ ਕੰਪਲੀਟਲੀ ਡਿਸਐਗਰੀ ਹੋ ਸਕਦੇ ਹਾਂ, ਜਾਂ ਫਿਰ ਸਾਨੂੰ ਇਹ ਜਿਹੜਾ ਐਸੇ ਆਪਸ਼ਨ ਦਿੰਦਾ ਕਿ ਤੁਸੀਂ ਦੋਨੋਂ ਸਾਈਡ ਹੀ 50-50 ਵੀ ਲਿਖ ਸਕਦੇ ਹਾਂ. ਬਿਕੋਜ਼ ਐਕਸਟੈਂਟ ਆ, ਮੈਂ ਕਹਿ ਸਕਦਾ ਕਿ ਮੈਂ ਕੰਪਲੀਟਲੀ ਐਗਰੀ ਨਹੀਂ ਹੈਗਾ. ਕੰਪਲੀਟਲੀ ਐਗਰੀ ਨਹੀਂ ਹੈਗਾ ਤਾਂ ਇਟ ਮੀਨਸ ਕਿ ਮੈਂ ਥੋੜ੍ਹਾ ਬਹੁਤਾ ਡਿਸਐਗਰੀ ਵੀ ਹੈਗਾ. ਸੋ ਇਟ ਮੀਨਸ ਐਕਸਟੈਂਟ ਵਾਲੇ ਐਸੇ ਦੇ ਵਿੱਚ ਮੈਂ ਦੋਨੋਂ ਸਾਈਡਾਂ ਵੀ ਆਪਣੇ ਵੱਲੋਂ ਲਿਖ ਸਕਦਾ, ਆਪਣਾ ਓਪੀਨੀਅਨ ਦੇ ਸਕਦਾ. ਸੋ ਐਗਰੀ ਡਿਸਐਗਰੀ 'ਚ ਕਿਹੜੀ ਅਪਰੋਚ ਯੂਜ਼ ਕਰਨੀ ਹੈ ਤੁਹਾਡੇ 'ਤੇ ਡਿਪੈਂਡ ਕਰਦਾ. ਤੁਸੀਂ ਇੱਕ ਸਾਈਡ ਵੀ ਜਾ ਸਕਦੇ, ਦੂਸਰੀ ਸਾਈਡ ਇਕੱਲਾ ਵੀ ਜਾ ਸਕਦੇ, ਐਂਡ ਦੋਨੋਂ ਸਾਈਡਸ ਦੇ ਬਾਰੇ ਵੀ ਲਿਖ ਸਕਦੇ ਹਾਂ. ਤੁਸੀਂ ਇਹ ਕਹਿਣਾ ਚਾਹੁੰਦੇ ਕਿ ਮੈਂ ਇਕੱਲਾ ਇਸ ਸਟੇਟਮੈਂਟ ਦੇ ਨਾਲ ਐਗਰੀ ਹਾਂ, ਅਤੇ ਦੈਨ ਤੁਸੀਂ ਐਗਰੀ ਦੇ ਬਾਰੇ ਥੀਸਿਸ ਸਟੇਟਮੈਂਟ ਲਿਖੋਗੇ ਅਤੇ ਉਹਦੇ ਨਾਲ ਦੇ ਹੀ ਪੁਆਇੰਟ ਬਣਾਓਗੇ. ਜੇ ਤੁਸੀਂ ਕਹਿੰਦੇ ਮੈਂ ਇਸ ਸਟੇਟਮੈਂਟ ਦੇ ਨਾਲ ਡਿਸਐਗਰੀ ਹਾਂ, ਦੈਨ ਤੁਸੀਂ ਡਿਸਐਗਰੀ ਦੇ ਪੁਆਇੰਟ ਬਣਾਓਗੇ ਅਤੇ ਡਿਸਐਗਰੀ ਦੇ ਬਾਰੇ ਸਾਰਾ ਥੀਸਿਸ ਸਟੇਟਮੈਂਟ ਵੀ ਲਿਖੋਗੇ. ਬਟ ਮੈਂ ਇਸ ਐਸੇ ਦੇ ਵਿੱਚ ਲਿਖੂੰਗਾ ਦੋਨੋਂ ਸਾਈਡ ਐਗਰੀ ਵੀ ਹਾਂ ਅਤੇ ਡਿਸਐਗਰੀ ਵੀ ਹਾਂ, ਬਿਕੋਜ਼ ਮੇਰੇ ਕੋਲ ਦੋਨੋਂ ਸਾਈਡ ਦੇ ਵੈਲਿਡ ਪੁਆਇੰਟਸ ਹੈਗੇ ਆ. ਸੋ ਜ਼ਿਆਦਾਤਰ ਸਟੂਡੈਂਟ ਕੀ ਕਰਦੇ ਆ ਕਿ ਜਿਹੜਾ ਨੋਰਮਲ ਤਰੀਕਾ ਫੋਲੋ ਕੀਤਾ ਜਾਂਦਾ ਥੀਸਿਸ ਸਟੇਟਮੈਂਟ ਦੇ ਲਈ, ਉਹ ਇਹ ਹੁੰਦਾ ਕਿ ਆਈ ਐਗਰੀ ਔਰ ਅਸੀਂ ਕਹਿ ਦਿੰਦੇ ਹਾਂ ਆਈ ਡਿਸਐਗਰੀ. ਨੋਰਮਲ ਸਟੂਡੈਂਟ ਇਸ ਤਰੀਕੇ ਨਾਲ ਚੱਲਦਾ, ਆਈ ਐਗਰੀ ਵਿਦ ਦਿਸ ਸਟੇਟਮੈਂਟ ਜਾਂ ਆਈ ਡਿਸਐਗਰੀ ਵਿਦ ਦਿਸ ਸਟੇਟਮੈਂਟ, ਬਿਕੋਜ਼ ਉਸ ਤੋਂ ਬਾਅਦ ਆਪਾਂ ਆਪਣਾ ਰੀਜ਼ਨ ਦੇ ਦਿੰਦੇ ਹਾਂ. ਕਈ ਵਾਰੀ ਸਟੂਡੈਂਟ ਰੀਜ਼ਨ ਦਿੰਦੇ ਵੀ ਨਹੀਂ ਹੈਗੇ. ਬਟ ਮੇਰਾ ਇੱਥੇ ਤੁਹਾਨੂੰ ਜਿਹੜੀ ਚੀਜ਼ ਦੱਸਣਾ ਚਾਹੁੰਦਾ ਇਹ ਆ ਕਿ ਆਈ ਐਗਰੀ, ਆਈ ਡਿਸਐਗਰੀ ਜਾਂ ਫਿਰ ਆਈ ਪਾਰਸ਼ਲੀ ਐਗਰੀ, ਇਹ ਤਾਂ ਤਕਰੀਬਨ 99% ਸਟੂਡੈਂਟ ਲਿਖਦੇ ਆ. ਅਗਰ ਤੁਸੀਂ ਵਧੀਆ ਸਕੋਰ ਅਚੀਵ ਕਰਨਾ ਤਾਂ ਯੂ ਹੈਵ ਟੂ ਡੂ ਸਮਥਿੰਗ ਡਿਫਰੈਂਟ ਦੈਨ ਦ ਰੈਸਟ ਆਫ ਦ ਸਟੂਡੈਂਟਸ, ਸੋ ਦੈਟ ਦ ਐਗਜ਼ਾਮੀਨਰ ਕੁਡ ਅੰਡਰਸਟੈਂਡ ਦੈਟ ਡੈਫੀਨੇਟਲੀ ਯੂ ਹੈਵ ਦ ਸਕਿੱਲਸ, ਯੂ ਨੋ ਹਾਊ ਟੂ ਰਾਈਟ. ਪਹਿਲਾਂ ਮੈਂ ਥੋੜ੍ਹਾ ਐਸੇ ਸਮਝ ਲਵਾਂ. ਜਿਹੜੇ ਬੱਚੇ ਹੈਗੇ ਆ ਬਹੁਤ ਜ਼ਿਆਦਾ TV ਦੇਖਦੇ ਆ ਅਤੇ ਵੀਡੀਓ ਗੇਮਸ ਖੇਡਦੇ ਆ, ਅਤੇ ਇਹ ਮੰਨਿਆ ਜਾਂਦਾ ਕਿ ਇਹ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਬੱਚੇ ਦੀ ਮੈਂਟਲ ਹੈਲਥ ਦੇ ਲਈ ਬੈਨੀਫੀਸ਼ੀਅਲ ਨਹੀਂ ਹੁੰਦੀਆਂ. ਹੁਣ ਅਸੀਂ ਅਗਰ ਦੇਖੀਏ ਤਾਂ ਹਾਂ ਬਾਕੀ ਅਗਰ TV ਬੱਚਾ ਲਗਾਤਾਰ ਦੇਖਦਾ ਆ, ਲਗਾਤਾਰ ਵੀਡੀਓ ਗੇਮਸ ਖੇਡਦਾ ਆ, ਅਤੇ ਉਹਦੀ ਮੈਂਟਲ ਹੈਲਥ ਦੇ ਉੱਤੇ ਨੈਗੇਟਿਵ ਇੰਪੈਕਟ ਪੈ ਸਕਦਾ ਆ. ਇਸ ਤਰੀਕੇ ਦੇ ਨਾਲ ਉਹ ਕਹਿ ਸਕਦੇ ਹਾਂ ਆਈਸੋਲੇਟਡ ਫੀਲ ਕਰ ਸਕਦਾ, ਇਕੱਲਾ ਰਹੂਗਾ, ਉਹਦੇ ਮਾਈਂਡ ਦੇ ਉੱਤੇ ਬਰਡਨ ਜਿਹੜਾ ਇਨਕਰੀਜ਼ ਹੋ ਜਾਊਗਾ. ਬਟ ਨਾਲ ਦੀ ਨਾਲ ਅਗਰ ਆਪਾਂ ਦੇਖੀਏ ਤਾਂ ਕਈ ਵਾਰੀ ਤਾਂ ਅਸੀਂ ਟੈਲੀਵਿਜ਼ਨ ਇਸ ਕਰਕੇ ਵੀ ਦੇਖਦੇ ਹਾਂ ਜਾਂ ਵੀਡੀਓ ਗੇਮ ਇਸ ਕਰਕੇ ਵੀ ਦੇਖਦੇ ਹਾਂ ਕਿ ਸਾਡੀ ਥੋੜ੍ਹੀ ਐਂਟਰਟੇਨਮੈਂਟ ਹੋ ਜਾਏ, ਅਸੀਂ ਰਿਲੈਕਸ ਫੀਲ ਕਰੀਏ, ਮੀਨਸ ਕਿ ਅਸੀਂ ਆਪਣੇ ਮੈਂਟਲ ਸਟਰੈਸ ਨੂੰ ਘਟਾਉਣ ਦੇ ਲਈ ਵੀ TV ਦੇਖਦੇ ਹਾਂ. ਸੋ ਇਸ ਕਰਕੇ ਮੈਨੂੰ ਲੱਗਦਾ ਆ ਹੁਣ ਕਿ ਇਹ ਐਸੇ ਦੇ ਨਾਲ ਐਗਰੀ ਤਾਂ ਹੋਇਆ ਜਾ ਸਕਦਾ ਬਿਲਕੁਲ, ਜੇਕਰ ਬੱਚੇ ਲਗਾਤਾਰ TV ਨੂੰ ਦੇਖਣਗੇ ਜਾਂ ਵੀਡੀਓ ਗੇਮਸ ਖੇਡਣਗੇ ਤਾਂ ਉਹਨਾਂ ਦੀ ਮੈਂਟਲ ਹੈਲਥ ਇੰਪੈਕਟ ਪੈ ਸਕਦਾ. ਬਟ ਇਹ ਸਾਰੀਆਂ ਕੰਡੀਸ਼ਨਸ ਦੇ ਵਿੱਚ ਜ਼ਰੂਰੀ ਵੀ ਤਾਂ ਨਹੀਂ ਹੈਗਾ. ਕਈ ਵਾਰੀ ਅਸੀਂ ਆਲਰੇਡੀ ਸਕੂਲ ਦੇ ਕੰਮ ਤੋਂ ਸਟ੍ਰੈਸਡ ਹੁੰਦੇ ਹਾਂ ਅਤੇ ਤਾਂ ਵੀ TV ਦੇਖਦੇ ਹਾਂ, ਵੀਡੀਓ ਗੇਮਸ ਖੇਡਦੇ ਹਾਂ, ਅਤੇ ਫਿਰ ਇਹ ਸਾਡੀ ਮੈਂਟਲ ਹੈਲਥ ਦੇ ਲਈ ਬੈਨੀਫੀਸ਼ੀਅਲ ਹੁੰਦਾ, ਬਿਕੋਜ਼ ਸਾਨੂੰ ਸਟ੍ਰੈਸ ਤੋਂ ਰਿਲੀਵ ਕਰਦਾ. ਸੋ ਇਟ ਮੀਨਸ ਕਿ ਇਸ ਐਸੇ ਦੇ ਵਿੱਚ ਮੇਰੇ ਕੋਲ ਐਗਰੀ ਦਾ ਪੁਆਇੰਟ ਵੀ ਹੈਗਾ ਕਿ ਹਾਂ ਮੈਂ ਐਗਰੀ ਹੈਗਾ ਆ ਇਸ ਚੀਜ਼ ਨਾਲ ਵੀ ਕਿੰਨਾ ਕੁਛ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਆ ਇਹ ਸਾਡੀ ਮੈਂਟਲ ਹੈਲਥ ਨੂੰ ਨੈਗੇਟਿਵਲੀ ਇੰਪੈਕਟ ਕਰਦਾ. ਜਿਵੇਂ ਕਿ ਆਪਾਂ ਕਹਿ ਲਈ ਜੇਕਰ ਆਪਾਂ ਲਗਾਤਾਰ TV ਦੇਖੀ ਜਾਈਏ. ਔਨ ਦਾ ਅਦਰ ਹੈਂਡ ਜੇਕਰ ਮੈਂ ਇਹ ਕਹਾਂ ਕਿ ਜੇ ਅਸੀਂ ਆਲਰੇਡੀ ਸਟ੍ਰੈਸਡ ਹੈਗੇ ਹਾਂ, ਅਸੀਂ ਥੋੜ੍ਹਾ ਟਾਈਮ TV ਨੂੰ ਦੇਖੀਏ ਜਾਂ ਵੀਡੀਓ ਗੇਮਸ ਖੇਡੀਏ, ਅਤੇ ਫਿਰ ਇਹ ਸਾਡੀ ਮੈਂਟਲ ਹੈਲਥ ਦੇ ਲਈ ਬੈਨੀਫੀਸ਼ੀਅਲ ਹੈ ਕਿਉਂਕਿ ਸਾਨੂੰ ਸਟ੍ਰੈਸ ਤੋਂ ਰਿਲੀਵ ਕਰਦਾ. ਸੋ ਇਟ ਮੀਨਸ ਕਿ ਮੈਂ ਇਸ ਐਸੇ ਦੇ ਨਾਲ ਡਿਸਐਗਰੀ ਹਾਂ. ਸੋ ਮੈਂ ਇਹ ਵੀ ਪੁਆਇੰਟ ਲਿਖਣਾ, ਇਹ ਵੀ ਪੁਆਇੰਟ ਲਿਖਣਾ, ਕੰਡੀਸ਼ਨ ਬਣਾ ਕੇ ਕਿ ਇਹਦੇ ਵਿੱਚ ਮੇਰੀ ਕੰਡੀਸ਼ਨ ਹੋਰ ਹੈ, ਇਹਦੇ ਵਿੱਚ ਮੇਰੀ ਕੰਡੀਸ਼ਨ ਹੋਰ ਹੈਗੀ ਆ. ਮੈਂ ਆਪਣੀ ਥੀਸਿਸ ਸਟੇਟਮੈਂਟ ਦੇ ਵਿੱਚ ਦੋਨੋਂ ਸਾਈਡ ਦੀ ਹੀ ਸਟੇਟਮੈਂਟ ਲਿਖਣੀ ਆ. ਇਹਦੇ ਵਿੱਚ ਐਗਰੀ ਜਾਂ ਡਿਸਐਗਰੀ ਨਹੀਂ ਲਿਖਣਾ ਸਟੂਡੈਂਟਸ. ਮੈਂ ਲਿਖ ਰਿਹਾ ਹਾਂ ਕਿ ਬਾਕੀ ਮੈਂ ਇਸ ਚੀਜ਼ ਨੂੰ ਮੰਨਦਾ ਕਿ ਮੈਂਟਲ ਹੈਲਥ ਸਾਡੀ ਇਫੈਕਟ ਹੁੰਦੀ ਹੈ ਨੈਗੇਟਿਵ ਵੇ ਦੇ ਵਿੱਚ.
ना अनडाउटली मीनस कि बिना शक स्टेइंग ਗਲੂਡ टू ਸਕਰੀਨ ਸਕਰੀਨ ਦੇ ਨਾਲ ਗਲੂ ਰਹਿਣ ਦਾ ਮਤਲਬ ਕਿ ਸਕਰੀਨ ਦੇ ਨਾਲ ਜੁੜੇ ਰਹਿਣਾ, ਸਕਰੀਨ ਨੂੰ ਦੇਖਦੇ ਰਹਿਣਾ। ਕਿ ਸਟੇਇੰਗ ਗਲੂਡ ਟੂ ਸਕਰੀਨ ਫॉर ਲੌਂਗ ਟਾਈਮ ਕੈਨ ਬੀ ਡੈਟਰੀਮੈਂਟਲ। ਮੈਂ ਇਸ ਚੀਜ਼ ਦੀ ਪੋਸੀਬਿਲਿਟੀ ਹੈਗੀ ਆ ਕਿ ਇਹ ਸਾਡੇ ਲਈ ਡੈਟਰੀਮੈਂਟਲ ਹੋ ਸਕਦਾ, ਖਤਰਨਾਕ ਹੋ ਸਕਦਾ ਆ ਸਾਡੀ ਮੈਂਟਲ ਹੈਲਥ ਲਈ। ਬਟ ਇਟ ਡਜ਼ ਨੋਟ ਮੀਨ ਦੈਟ ਦੀਜ਼ ਐਕਟੀਵਿਟੀਜ਼ ਆਲਵੇਜ਼ ਅਫੈਕਟ ਨੈਗੇਟਿਵਲੀ। ਪਰ ਮੇਰਾ ਇਹ ਮਤਲਬ ਨਹੀਂ ਹੈਗਾ ਕਿ ਇਹ ਵਾਲੀਆਂ ਐਕਟੀਵਿਟੀਜ਼ ਹਮੇਸ਼ਾ ਹੀ ਸਾਨੂੰ ਨੈਗੇਟਿਵਲੀ ਇਫੈਕਟ ਕਰਦੀਆਂ। ਸਮਟਾਈਮਸ ਕਦੇ ਕਦੇ ਦੇ ਹੈਲਪ ਅਸ ਟੂ ਰਿਲੀਵ ਆਰ ਸਟ੍ਰੈਸ ਐਂਡ ਰਿਲੈਕਸ ਆਰ ਮਾਈਂਡ। ਸੋ ਇਟ ਮੀਨਸ ਕੀ ਹੋ ਗਿਆ ਕਿ ਮੈਂ ਇੱਕ ਪਾਸੇ ਐਗਰੀ ਵੀ ਹੋ ਰਿਹਾ ਕਿ ਜੇਕਰ ਆਪਾਂ ਲੰਬਾ ਸਮਾਂ ਤੱਕ ਟੀਵੀ ਨਾਲ ਗਲੂਡ ਰਹੂੰਗੇ ਜਾਂ ਵੀਡੀਓ ਗੇਮਸ ਨਾਲ ਗਲੂ ਰਹੂੰਗੇ, ਇਹਦਾ ਸਾਡੀ ਮੈਂਟਲ ਹੈਲਥ ਦੇ ਉੱਤੇ ਇਫੈਕਟ ਪਊਗਾ। ਪਰ ਮੇਰਾ ਇਹ ਕਹਿਣ ਦਾ ਮਤਲਬ ਵੀ ਨਹੀਂ ਹੈਗਾ ਕਿ ਇਹ ਐਕਟੀਵਿਟੀਜ਼ ਹਮੇਸ਼ਾ ਹੀ ਸਾਡੇ ਲਈ ਨੈਗੇਟਿਵ ਹੁੰਦੀਆਂ। ਕਦੀ ਕਦੀ ਇਹ ਵਾਲੀਆਂ ਐਕਟੀਵਿਟੀ ਸਾਨੂੰ ਰਿਲੀਵ ਕਰਨ ਦੇ ਲਈ, ਸਟ੍ਰੈਸ ਤੋਂ ਰਿਲੀਵ ਕਰਨ ਦੇ ਲਈ ਤੇ ਸਾਡੇ ਮਾਈਂਡ ਨੂੰ ਰਿਲੈਕਸ ਕਰਨ ਦੇ ਲਈ ਵੀ ਹੈਲਪ ਕਰਦੀਆਂ। ਸੋ ਐਗਜ਼ਾਮੀਨਰ ਨੂੰ ਇਹ ਸਟੇਟਮੈਂਟ ਪੜ੍ਹ ਕੇ ਪਤਾ ਲੱਗ ਜੂਗਾ ਕਿ ਮੈਂ ਐਜ਼ ਏ ਸਟੂਡੈਂਟ ਕੀ ਕਹਿਣਾ ਚਾਹੁੰਦਾ। ਮੈਂ ਕਹਿਣਾ ਚਾਹੁੰਦਾ ਕਿ ਮੈਂ ਇਸ ਐਸੇ ਦੇ ਨਾਲ ਐਗਰੀ ਵੀ ਹੈਗਾ ਐਂਡ ਇਸ ਸਟੇਟਮੈਂਟ ਦੇ ਨਾਲ ਮੈਂ ਡਿਸਐਗਰੀ ਵੀ ਹੈਗਾ। ਸੋ ਮੇਰੇ ਸਟੂਡੈਂਟਸ ਕਹਿਣ ਦਾ ਮਤਲਬ ਕੀ ਹੈਗਾ ਕਿ ਤੁਸੀਂ ਆਹ ਚੀਜ਼ ਕਾਪੀ ਨਾ ਕਰੀ ਜਾਓ ਹਰ ਵਾਰ, ਬਿਕੋਜ਼ ਜ਼ਿਆਦਾਤਰ ਸਟੂਡੈਂਟ ਇਹ ਕੰਮ ਕਰ ਰਹੇ ਆ। ਸਟੇਟਮੈਂਟ ਇਸ ਤਰੀਕੇ ਨਾਲ ਲਿਖੋ ਕਿ ਐਗਜ਼ਾਮੀਨਰ ਨੂੰ ਪੜ੍ਹ ਕੇ ਪਤਾ ਲੱਗੇ ਕਿ ਤੁਸੀਂ ਇਸ ਐਸੇ ਦੇ ਵਿੱਚ ਕਰਨ ਕੀ ਜਾ ਰਹੇ ਆ। ਸੋ ਹੋਪ ਹੈ ਕਿ ਤੁਹਾਨੂੰ ਇਹ ਵਾਲਾ ਥੀਸਿਸ ਸਟੇਟਮੈਂਟ ਵਧੀਆ ਲੱਗੀ ਹੋਊਗੀ। ਨੈਕਸਟ ਲਿਖਦੇ ਹਾਂ ਸਟੂਡੈਂਟ ਆਪਾਂ ਦੂਸਰੇ ਕੁਐਸਚਨ ਦੀ। ਅ ਬਿਗ ਸੈਲਰੀ ਇਜ਼ ਮਚ ਮੋਰ ਇੰਪੋਰਟੈਂਟ ਦੈਨ ਜੋਬ ਸੈਟਿਸਫੈਕਸ਼ਨ, ਡੂ ਯੂ ਐਗਰੀ ਔਰ ਡਿਸਐਗਰੀ। ਹੁਣ ਸਟੂਡੈਂਟ ਇਹ ਜਿਹੜਾ ਐਸੇ ਆ ਐਕਸਟੈਂਟ ਵਾਲੇ ਐਸੇ ਦੇ ਨਾਲੋਂ ਟੋਟਲੀ ਡਿਫਰੈਂਟ ਹੁੰਦਾ, ਬਿਕੋਜ਼ ਇਸ ਐਸੇ ਦੇ ਵਿੱਚ ਜਾਂ ਤਾਂ ਮੈਂ ਐਗਰੀ ਲਿਖ ਸਕਦਾ ਜਾਂ ਮੈਂ ਡਿਸਐਗਰੀ ਲਿਖ ਸਕਦਾ। ਇਹਦੇ ਵਿੱਚ ਮੈਂ ਦੋਨੋਂ ਸਾਈਡ 'ਤੇ ਨਹੀਂ ਜਾ ਸਕਦਾ। ਜਾਂ ਤਾਂ ਮੈਂ ਕਹੂੰਗਾ ਕਿ ਮੈਂ ਇਹਦੇ ਨਾਲ ਐਗਰੀ ਹਾਂ ਜਾਂ ਮੈਂ ਕਹੂੰਗਾ ਇਹਦੇ ਨਾਲ ਮੈਂ ਡਿਸਐਗਰੀ ਹਾਂ। ਇੱਕੋ ਸਾਈਡ ਹੀ ਲਿਖਿਆ ਜਾਣਾ ਇਹ ਵਾਲਾ ਐਸੇ, ਬਟ ਸਟਿਲ ਆਪਾਂ ਇਹਨੂੰ ਦੂਸਰੀ ਸਾਈਡ ਵੀ ਲਿਖ ਦਿੰਦੇ ਹੁੰਦੇ ਆ। ਉਹ ਅਸੀਂ ਜਿੱਦਣ ਐਸੇ ਕਰਾਂਗੇ ਉਦੋਂ ਦੇਖਦੇ ਹਾਂ। ਆਪਾਂ ਦੇਖਦੇ ਹਾਂ ਥੀਸਿਸ ਕਿੱਦਾਂ ਪੜ੍ਹਨੀ ਆ। ਸਟੂਡੈਂਟ ਕੀ ਹੈਗਾ ਕਿ ਬਿਗ ਸੈਲਰੀ ਇਜ਼ ਮਚ ਮੋਰ ਇੰਪੋਰਟੈਂਟ ਦੈਨ ਜੋਬ ਸੈਟਿਸਫੈਕਸ਼ਨ, ਕਿ ਜਿਹੜੀ ਜ਼ਿਆਦਾ ਸੈਲਰੀ ਹੈ ਨਾ ਉਹ ਜ਼ਿਆਦਾ ਇੰਪੋਰਟੈਂਟ ਆ ਜੋਬ ਸੈਟਿਸਫੈਕਸ਼ਨ ਦੇ ਨਾਲੋਂ। ਮੀਨਸ ਕਿ ਸਾਨੂੰ ਪੈਸੇ ਜ਼ਿਆਦਾ ਮਿਲਣੇ ਚਾਹੀਦੇ, ਅਸੀਂ ਆਪਣੇ ਕੰਮ ਤੋਂ ਖੁਸ਼ ਹੈਗੇ ਹਾਂ ਜਾਂ ਨਹੀਂ ਹੈਗੇ ਉਹ ਜ਼ਰੂਰੀ ਨਹੀਂ ਕਰਦਾ ਹੈਗਾ। ਤੁਸੀਂ ਇਸ ਚੀਜ਼ ਨਾਲ ਐਗਰੀ ਆ ਕਿਹਦੇ ਨਾਲ, ਕਿ ਤੁਹਾਨੂੰ ਲੱਗਦਾ ਕਿ ਜ਼ਿਆਦਾ ਸੈਲਰੀ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਜੋਬ ਸੈਟਿਸਫੈਕਸ਼ਨ ਦੇ ਨਾਲੋਂ। ਜੇ ਤਾਂ ਤੁਸੀਂ ਕਹੋਗੇ ਕਿ ਹਾਂ ਸੈਲਰੀ ਇੰਪੋਰਟੈਂਟ ਆ, ਤੁਸੀਂ ਐਗਰੀ ਹੋਵੋਗੇ। ਜੇ ਤੁਸੀਂ ਕਹਿੰਦੇ ਕਿ ਨਹੀਂ ਜੋਬ ਸੈਟਿਸਫੈਕਸ਼ਨ ਇੰਪੋਰਟੈਂਟ ਆ, ਤੇ ਤੁਸੀਂ ਇਸ ਐਸੇ ਦੇ ਨਾਲ ਡਿਸਐਗਰੀ ਹੋ ਜੂਗੇ। ਹੁਣ ਇਹ ਡਿਪੈਂਡ ਕਰਦਾ ਕਿ ਅਸੀਂ ਸਾਡੇ ਕੋਲ ਪੁਆਇੰਟਸ ਕਿੱਦਾਂ ਦੇ ਆ, ਕਿਹੜੇ ਪੁਆਇੰਟਸ ਨੂੰ ਮੈਂ ਜ਼ਿਆਦਾ ਵਧੀਆ ਐਕਸਪਲੇਨ ਕਰ ਸਕਦਾ। ਉਹਦੇ ਅਕੋਰਡਿੰਗ ਮੈਂ ਡਿਸਾਈਡ ਕਰੂੰਗਾ ਕਿ ਮੈਂ ਐਗਰੀ ਲਿਖਣਾ ਜਾਂ ਫਿਰ ਮੈਂ ਡਿਸਐਗਰੀ ਲਿਖਣਾ ਆ। ਹੁਣ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਜ਼ਿਆਦਾਤਰ ਸਟੂਡੈਂਟ ਇਸ ਐਸੇ ਦੇ ਵਿੱਚ ਕੀ ਕਰਨਗੇ, ਸੇਮ ਉਹੀ ਗੱਲ ਕਰਨਗੇ, ਆਈ ਐਗਰੀ ਵਿਦ ਦਿਸ ਸਟੇਟਮੈਂਟ, ਜਾਂ ਉਹ ਕੀ ਕਹਿ ਦੇਣਗੇ ਆਈ ਡਿਸਐਗਰੀ ਵਿਦ ਦਿਸ ਸਟੇਟਮੈਂਟ। ਬਟ ਆਪਾਂ ਇਹ ਚੀਜ਼ ਨਹੀਂ ਕਰਨੀ, ਬਿਕੋਜ਼ 99% ਸਟੂਡੈਂਟ ਇਹ ਚੀਜ਼ ਕਰ ਰਹੇ ਹੋਣਗੇ। ਲੱਗਦਾ ਅਗਰ ਮੈਂ ਆਪਣਾ ਪਰਸਨਲ ਓਪੀਨੀਅਨ ਰੱਖਾਂ ਤੇ ਮੈਂ ਕਹੂੰਗਾ ਕਿ ਜੋਬ ਸੈਟਿਸਫੈਕਸ਼ਨ ਜ਼ਿਆਦਾ ਜ਼ਰੂਰੀ ਆ। ਇਟ ਮੀਨਸ ਕੀ ਹੋ ਗਿਆ ਕਿ ਮੈਂ ਇਸ ਐਸੇ ਦੇ ਨਾਲ ਡਿਸਐਗਰੀ ਹੋ ਗਿਆ। ਮੈਨੂੰ ਨਹੀਂ ਲੱਗਦਾ ਕਿ ਸੈਲਰੀ ਜ਼ਿਆਦਾ ਇੰਪੋਰਟੈਂਟ ਆ, ਮੈਨੂੰ ਲੱਗਦਾ ਜੋਬ ਸੈਟਿਸਫੈਕਸ਼ਨ ਜ਼ਿਆਦਾ ਇੰਪੋਰਟੈਂਟ ਆ। ਇਹਦੇ ਲਈ ਮੇਰੇ ਕੋਲ ਆਪਣਾ ਰੀਜ਼ਨ ਹੋਊਗਾ ਕਿ ਮੈਂ ਕੀ ਰੀਜ਼ਨ ਦੇਣਾ ਚਾਹੁੰਦਾ। ਸੋ ਸਿੰਪਲੀ ਜੇਕਰ ਮੈਂ ਇੱਦਾਂ ਵੀ ਲਿਖਾਂ ਕਿ ਮੈਂ ਇਸ ਚੀਜ਼ ਨਾਲ ਡਿਸਐਗਰੀ ਹਾਂ ਤਾਂ ਵੀ ਮੈਂ ਇੱਦਾਂ ਨਹੀਂ ਲਿਖੂੰਗਾ ਕਿ ਆਈ ਡਿਸਐਗਰੀ ਵਿਦ ਦਿਸ ਸਟੇਟਮੈਂਟ। ਉਹਦਾ ਰੀਜ਼ਨ ਕੀ ਆ, ਕਿਉਂਕਿ ਤੁਹਾਨੂੰ ਪਤਾ ਕਿ ਸਟੂਡੈਂਟ ਆਇਲਸ ਦੇ ਵਿੱਚ ਤੁਸੀਂ ਜਿੰਨੀ ਵਧੀਆ ਰਾਈਟਿੰਗ ਲਿਖਦੇ ਆ, ਜਿੰਨੇ ਵਧੀਆ ਸੈਂਟੈਂਸ ਫਾਰਮੇਸ਼ਨ ਕਰਦੇ ਆ, ਤੁਹਾਡਾ ਸਕੋਰ ਵੀ ਉਨਾ ਹੀ ਵਧੀਆ ਆਊਗਾ। ਸੋ ਮੈਂ ਹਮੇਸ਼ਾ ਪ੍ਰਾਇੋਰਟੀ ਦਿੰਦਾ ਹੁੰਦਾ ਕੰਪਲੈਕਸ ਰਾਈਟਿੰਗ ਕਰਨ ਨੂੰ, ਬਿਕੋਜ਼ ਕੰਪਲੈਕਸ ਸੈਂਟੈਂਸਸ ਤੁਹਾਨੂੰ ਹੈਲਪ ਕਰ ਸਕਦੇ ਆ 7+ ਬੈਂਡ ਅਚੀਵ ਕਰਨ ਦੇ ਵਿੱਚ। ਸੋ ਕਹਿਣਾ ਤਾਂ ਮੈਂ ਇਹੀ ਹੈ ਕਿ ਮੈਂ ਡਿਸਐਗਰੀ ਹਾਂ, ਬਟ ਮੈਂ ਇੱਥੇ ਇੱਕ ਕੰਜੰਕਸ਼ਨ ਯੂਜ਼ ਕਰ ਲੂੰਗਾ, ਜਿਹੜੀ ਕੰਜੰਕਸ਼ਨ ਹੈਗੀ ਆ ਆਲਦੋ। ਆਲਦੋ ਕੰਜੰਕਸ਼ਨ ਕੀ ਕਰਦੀ ਹੈ, ਇਹ ਕੰਟਰਾਸਟ ਕਰਦੀ ਹੈ ਦੋ ਪੁਆਇੰਟ ਆਫ ਵਿਊਜ਼ ਦਾ। ਹੁਣ ਮੰਨ ਲਓ ਮੈਂ ਇਸ ਆਈਡੀਆ ਦੇ ਨਾਲ ਡਿਸਐਗਰੀ ਹਾਂ, ਬਟ ਜੇ ਮੈਂ ਇਕੱਲਾ ਲਿਖਦਾ ਕਿ ਆਈ ਡਿਸਐਗਰੀ ਵਿਦ ਦਿਸ ਸਟੇਟਮੈਂਟ, ਮੇਰਾ ਜਿਹੜਾ ਸੈਂਟੈਂਸ ਆ ਉਹ ਸਿੰਪਲ ਰਹਿ ਜਾਊਗਾ। ਜਦ ਕਿ ਮੈਂ ਚਾਹੁੰਦਾ ਕਿ ਮੈਂ ਕੰਪਲੈਕਸ ਰਾਈਟਿੰਗ ਕਰਾਂ ਤੇ ਮੇਰਾ ਸਕੋਰ ਵਧੀਆ ਆਵੇ। ਸੋ ਮੈਂ ਕੰਟਰਾਸਟ ਕਰਨ ਦੇ ਲਈ ਕੀ ਕਰੂੰਗਾ, ਆਲਦੋ ਕੰਜੰਕਸ਼ਨ ਨੂੰ ਯੂਜ਼ ਕਰੂੰਗਾ ਤੇ ਦੇਖੋ ਸਟੇਟਮੈਂਟ ਕਿੱਦਾਂ ਬਣਦੀ ਹੈ। ਆਲਦੋ some consider salary to be the priority, I feel that job being satisfied with what we do is more significant as it
keeps the employees motivated। ਹੁਣ ਮੈਂ ਆਲਦੋ ਨੂੰ ਯੂਜ਼ ਕਰਕੇ ਕੰਪਲੈਕਸ ਸੈਂਟੈਂਸ ਬਣਾਇਆ। ਹਾਲਾਂਕਿ ਕਹਿਣਾ ਮੈਂ ਉਹੀ ਸੀਗਾ ਕਿ ਮੈਂ ਇਸ ਸਟੇਟਮੈਂਟ ਦੇ ਨਾਲ ਡਿਸਐਗਰੀ ਹਾਂ, ਬਟ ਆਲਦੋ ਲਗਾ ਕੇ ਮੈਂ ਦੂਸਰੇ ਲਿਖ ਦਿੱਤਾ ਕਿ ਕੁਝ ਲੋਕੀ ਬਿਲੀਵ ਕਰਦੇ ਆ ਕਿ ਸੈਲਰੀ ਇੰਪੋਰਟੈਂਟ ਹੈਗੀ ਆ, ਬਟ ਮੈਨੂੰ ਇਸ ਤਰੀਕੇ ਨਾਲ ਨਹੀਂ ਲੱਗਦਾ। ਮੈਨੂੰ ਲੱਗਦਾ ਕਿ ਬੀਇੰਗ ਸੈਟੀਸਫਾਈਡ ਵਿਦ ਵਟ ਵੀ ਡੂ, ਜੋ ਵੀ ਅਸੀਂ ਕਰਦੇ ਹਾਂ ਉਹਦੇ ਨਾਲ ਸੈਟੀਸਫਾਈਡ ਹੋਣਾ ਇਜ਼ ਮੋਰ ਸਿਗਨੀਫਿਕੈਂਟ, ਜ਼ਿਆਦਾ ਸਿਗਨੀਫਿਕੈਂਟ ਆ। ਐਜ਼ ਨਾਲ ਆਪਣਾ ਰੀਜ਼ਨ ਵੀ ਦੇ ਰਿਹਾ, ਕਿਉਂ? ਬਿਕੋਜ਼ ਇਟ ਕੀਪਸ ਦਾ ਇੰਪਲੋਈਜ਼ ਮੋਟੀਵੇਟਡ, ਇਹਦੇ ਨਾਲ ਇੰਪਲੋਈਜ਼ ਜਿਹੜੇ ਆ ਮੋਟੀਵੇਟਡ ਰਹਿੰਦੇ ਆ। ਸੋ ਇਸ ਤਰੀਕੇ ਨਾਲ ਹਮੇਸ਼ਾ ਆਪਣਾ ਰੀਜ਼ਨ ਵੀ ਜ਼ਰੂਰ ਦੇਣਾ ਤੁਸੀਂ ਵੀ, ਤੁਸੀਂ ਕਿਉਂ ਕਿਸੇ ਸਟੇਟਮੈਂਟ ਦੇ ਨਾਲ ਐਗਰੀ ਔਰ ਡਿਸਐਗਰੀ ਆ। ਔਰ ਆਲਵੇਜ਼ ਟਰਾਈ ਕਰਨੀ ਹੈ ਕਿ ਤੁਸੀਂ ਆ ਕਾਮਨ ਮੈਥਡ ਜਿਹੜੇ ਜ਼ਿਆਦਾਤਰ ਸਟੂਡੈਂਟਸ ਦੇ ਵੱਲੋਂ ਯੂਜ਼ ਕੀਤੇ ਜਾਂਦੇ ਇਹਨਾਂ ਨੂੰ ਅਵੋਇਡ ਕਰੋ ਤੇ ਆਪਣੇ ਕੋਲੋਂ ਵਧੀਆ ਸਟੇਟਮੈਂਟ ਲਿਖੋ। ਹੋਪ ਹੈ ਕਿ ਤੁਹਾਨੂੰ ਇਹ ਦੋਨੋਂ ਹੀ ਸਟੇਟਮੈਂਟਸ ਲਿਖਣ ਦਾ ਤਰੀਕਾ ਪਤਾ ਲੱਗਿਆ ਹੋਊਗਾ। ਔਰ ਵੀਡੀਓ ਵਧੀਆ ਲੱਗੀ ਤੇ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ।